ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਵਿਦਿਆਰਥੀਓ। ਮੈਂ ਲੀਨਾ ਕਸ਼ਪ ਤੁਹਾਡੀ ਪੰਜਾਬੀ ਵਿਸ਼ੇ ਦੀ ਵਿਸ਼ਾ ਅਧਿਆਪਕਾ। ਉਮੀਦ ਕਰਦੇ ਹਾਂ ਕਿ ਪਿਛਲੇ 2 ਵੀਡੀਓਜ਼ ਮੇਰੇ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਏ ਹੋਣਗੇ। ਆਓ ਸਮੇਂ ਦਾ ਸਦਉਪਯੋਗ ਕਰਦੇ ਹੋਏ ਆਪਣੇ ਸਿਲੇਬਸ ਨੂੰ ਅੱਗੇ ਵਧਾਈਏ। ਅੱਜ ਆਪਣੇ ਇਸ ਅਗਲੇ ਵੀਡੀਓ ਰਾਹੀਂ ਮੈਂ ਤੁਹਾਡੇ ਨਾਲ ਆਦਤਾਂ ਪਾਠ ਤੇ ਆਧਾਰਿਤ ਚਰਚਾ ਕਰਾਂਗੀ। ਇਸ ਪਾਠ ਵਿੱਚ ਤੁਹਾਨੂੰ ਮਨੁੱਖ ਦੀਆਂ ਸਿਹੜੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਜਾਣਕਾਰੀ ਪ੍ਰਾਪਤ ਹੋਏਗੀ। ਇਹ ਪਾਠ ਸਾਹਿਤਕ ਕਿਰਨਾਂ ਭਾਗ 2 ਵਿੱਚ ਦਰਜ ਹੈ, ਜਿਸ ਨੂੰ ਰਾਜਿੰਦਰ ਸਿੰਘ ਜੀ ਨੇ ਕਲਮਬੱਧ ਕੀਤਾ ਹੈ। ਆਓ ਇਸ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਪਾਠ ਨੂੰ ਪੜ੍ਹਨ ਦੇ ਉਦੇਸ਼ ਬਾਰੇ ਜਾਣਕਾਰੀ ਪ੍ਰਾਪਤ ਕਰ ਲਈਏ। ਇਸ ਪਾਠ ਵਿੱਚ ਮਨੁੱਖ ਦੀ ਚੰਗੀ ਸਿਹਤ ਤੇ ਰੌਸ਼ਨੀ ਪਾਈ ਗਈ ਹੈ। ਇਸ ਪਾਠ ਵਿੱਚ ਮਨੁੱਖ ਦੁਆਰਾ ਸਿਹੜੀਆਂ ਕਈ ਮਾੜੀਆਂ ਆਦਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਹੜੀਆਂ ਮਨੁੱਖ ਨੂੰ ਇੱਕ ਰੋਗੀ ਜੀਵਨ ਜਿਉਣ ਲਈ ਮਜਬੂਰ ਕਰ ਦਿੰਦੀਆਂ ਹਨ। ਇਸ ਪਾਠ ਵਿੱਚ ਖਾਣ ਪੀਣ, ਸੌਣ ਜਾਗਣ ਅਤੇ ਹੋਰ ਦੈਨਿਕ ਕਿਰਿਆਵਾਂ ਦਾ ਜ਼ਿਕਰ ਆਇਆ ਹੈ, ਜਿਸ ਰਾਹੀਂ ਮਨੁੱਖ ਨੂੰ ਸਿਹਤਵਰਧਕ ਜੀਵਨ ਜਿਉਣ ਦਾ ਢੰਗ ਦੱਸਿਆ ਗਿਆ ਹੈ। ਆਓ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਪਾਠ ਦੇ ਮਾਈਂਡ ਮੈਪ ਵੱਲ ਇੱਕ ਨਜ਼ਰ ਮਾਰੀਏ। ਬੱਚਿਓ, ਮਾਈਂਡ ਮੈਪ ਰਾਹੀਂ ਤੁਸੀਂ ਪਾਠ ਵਿਚਲੇ ਵਿਚਾਰਾਂ ਨੂੰ ਛੇਤੀ ਹੀ ਸਮਝਣ ਯੋਗ ਹੋ ਜਾਂਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਸ ਪਾਠ ਵਿੱਚ ਮਨੁੱਖ ਦੀਆਂ ਚੰਗੀਆਂ ਤੇ ਮਾੜੀਆਂ ਆਦਤਾਂ ਅਤੇ ਉਹਨਾਂ ਦੇ ਨਤੀਜਿਆਂ ਦਾ ਵਰਣਨ ਕੀਤਾ ਗਿਆ ਹੈ। ਵੇਖੋ, ਮਾਈਂਡ ਮੈਪ ਦੇ ਵਿੱਚ 2 ਤਰ੍ਹਾਂ ਦੀਆਂ ਆਦਤਾਂ ਦਰਸਾਈਆਂ ਗਈਆਂ ਹਨ, ਮਾੜੀਆਂ ਆਦਤਾਂ ਅਤੇ ਚੰਗੀਆਂ ਆਦਤਾਂ। ਮਾੜੀਆਂ ਆਦਤਾਂ ਕਿਹੜੀਆਂ? ਬੈੱਡ ਟੀ ਦੀ ਆਦਤ, ਕੁਵੇਲੇ ਸੌਣਾ, ਸਵੇਰੇ ਦੇਰ ਤੱਕ ਸੌਣਾ ਤੇ ਸੈਰ ਤੇ ਕਸਰਤ ਨਾ ਕਰਨਾ। ਤੇ ਚੰਗੀਆਂ ਆਦਤਾਂ ਹਨ ਬੈੱਡ ਟੀ ਦਾ ਤਿਆਗ ਕਰਨਾ, ਕਸਰਤ ਦਾ ਨਿਯਮ, ਪੂਰੀ ਨੀਂਦ ਲੈਣਾ ਤੇ ਛੇਤੀ ਸੌਣਾ। ਮਾੜੀਆਂ ਆਦਤਾਂ ਦੇ ਕੁਝ ਪ੍ਰਭਾਵ ਇਸ ਪ੍ਰਕਾਰ ਹਨ: ਸਰੀਰਕ ਰੋਗ, ਸੁਸਤੀ, ਆਲਸ, ਨਕਾਰਾਤਮਕਤਾ। ਅਤੇ ਚੰਗੀਆਂ ਆਦਤਾਂ ਦੇ ਕੁਝ ਫਾਇਦੇ ਇਸ ਪ੍ਰਕਾਰ ਹਨ: ਚੁਸਤੀ ਫੁਰਤੀ, ਤੰਦਰੁਸਤੀ, ਸਕਾਰਾਤਮਕਤਾ, ਜੀਵਨ ਜਿਉਣ ਦਾ ਢੰਗ। ਆਓ ਪਾਠ 'ਤੇ ਵਿਚਾਰ ਕਰੀਏ। ਪਾਠ ਦੇ ਪਹਿਲੇ ਸਫ਼ੇ 'ਤੇ ਲੇਖਕ ਨੇ ਮਨੁੱਖ ਦੀ ਸਭ ਤੋਂ ਮਾੜੀ ਬੈੱਡ ਟੀ ਦੀ ਆਦਤ ਨੂੰ ਵਿਸ਼ਾ ਬਣਾਇਆ ਹੈ। ਮਨੁੱਖ ਚਾਹ ਦੇ ਬੈੱਡ ਟੀ ਰੂਪ ਦਾ ਇੰਨਾ ਆਦੀ ਹੋ ਚੁੱਕਿਆ ਹੈ ਕਿ ਹੁਣ ਤਾਂ ਉਸਦੀ ਅੱਖ ਵੀ ਉਦੋਂ ਖੁੱਲ੍ਹਦੀ ਹੈ ਜਦੋਂ ਚਾਹ ਦਾ ਪਿਆਲਾ ਸਾਹਮਣੇ ਹੁੰਦਾ ਹੈ। ਆਓ ਪੜ੍ਹੀਏ ਲੇਖਕ ਦੀ ਕੀ ਸਮਝਾਉਣਾ ਚਾਹੁੰਦਾ ਹੈ। ਅਸੀਂ ਆਪਣੀਆਂ ਆਦਤਾਂ ਇੰਨੀਆਂ ਵਿਗਾੜ ਰੱਖੀਆਂ ਹਨ ਕਿ ਉਹਨਾਂ ਆਦਤਾਂ ਕਰਕੇ ਅਸੀਂ ਤੰਦਰੁਸਤ ਅਤੇ ਨਿਰੋਗ ਨਹੀਂ ਰਹਿ ਸਕਦੇ। ਸਾਡੀ ਸਭ ਤੋਂ ਪਹਿਲੀ ਆਦਤ ਇਹ ਹੈ ਕਿ ਅਸੀਂ ਸਵੇਰੇ ਬਿਸਤਰੇ ਤੋਂ ਅੱਖਾਂ ਖੋਲ੍ਹਦੇ ਸਾਰ ਹੀ ਸਵੇਰ ਦੀ ਚਾਹ ਭਾਵ ਬੈੱਡ ਟੀ ਲੈ ਲੈਂਦੇ ਹਾਂ। ਚਾਹ ਪੀਣ ਤੋਂ ਬਾਅਦ ਸਾਡੀਆਂ ਅੱਖਾਂ ਤਾਂ ਪੂਰੀ ਤਰ੍ਹਾਂ ਖੁੱਲ੍ਹ ਜਾਂਦੀਆਂ ਹਨ, ਪਰ ਉਹਨਾਂ ਦਾ ਪ੍ਰਭਾਵ ਸਾਡੇ ਸਰੀਰ 'ਤੇ ਕਿੰਨਾ ਹਾਨੀਕਾਰਕ ਹੁੰਦਾ ਹੈ, ਇਸ ਗੱਲ ਨੂੰ ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੱਚ ਤਾਂ ਇਹ ਹੈ ਕਿ ਜਿਉਂ-ਜਿਉਂ ਅਜੋਕੀ ਸੱਭਿਅਤਾ ਦਾ ਪ੍ਰਚਾਰ ਹੁੰਦਾ ਜਾ ਰਿਹਾ ਹੈ, ਸਾਡੇ ਸਮਾਜ ਵਿੱਚ ਚਾਹ ਦਾ ਰਿਵਾਜ਼ ਉਨਾ ਹੀ ਜ਼ੋਰ ਫੜਦਾ ਜਾ ਰਿਹਾ ਹੈ। ਅੱਜ ਦੇ ਇਸ ਨਵੇਂ ਦੌਰ ਵਿੱਚ ਜ਼ਿਆਦਾਤਰ ਲੋਕ ਠੀਕ ਸਾਡੀ ਤਰ੍ਹਾਂ ਹੀ ਸਵੇਰੇ ਉੱਠਦੇ ਸਾਰ ਹੀ ਚਾਹ ਲੈਣ ਦੇ ਆਦੀ ਹੁੰਦੇ ਜਾ ਰਹੇ ਹਨ ਅਤੇ ਸਾਡੀ ਤਰ੍ਹਾਂ ਹੀ ਉਸ ਵਿੱਚ ਉਹ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਸਿਹਤਮੰਦ ਅਤੇ ਨਿਰੋਗੀ ਜੀਵਨ ਵਿੱਚ ਚਾਹ ਦਾ ਕੋਈ ਮਹੱਤਵ ਨਹੀਂ। ਠੰਡੇ ਤੇ ਯੂਰਪੀ ਦੇਸ਼ਾਂ ਦੀ ਗੱਲ ਹੋਰ ਹੈ, ਪਰ ਭਾਰਤ ਜਿਹੇ ਗਰਮ ਦੇਸ਼ ਵਿੱਚ ਚਾਹ ਦਾ ਕੋਈ ਮਹੱਤਵ ਅਤੇ ਅਰਥ ਨਹੀਂ ਹੈ। ਕੁਝ ਹਾਲਾਤਾਂ ਵਿੱਚ ਚਾਹ ਨੂੰ ਇੱਕ ਦਵਾਈ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਸਿਹਤਮੰਦ ਅਤੇ ਸੁੰਦਰਤਾ ਪ੍ਰਾਪਤੀ ਦੇ ਪੱਖੋਂ ਚਾਹ ਪੀਣਾ ਸਰਾਸਰ ਇੱਕ ਗਲਤ ਆਦਤ ਹੀ ਮੰਨੀ ਜਾਵੇਗੀ। ਚਾਹ ਇੱਕ ਤਰ੍ਹਾਂ ਜ਼ਹਿਰ ਵਾਂਗ ਸਰੀਰ ਦੇ ਵਿੱਚ ਫੈਲ ਕੇ ਸਾਡੇ ਸਰੀਰ 'ਤੇ ਆਪਣਾ ਅਧਿਕਾਰ ਜਮਾ ਲੈਂਦੀ ਹੈ ਤੇ ਫਿਰ ਇੱਕ ਸਮਾਂ ਆਉਂਦਾ ਹੈ ਕਿ ਅਸੀਂ ਚਾਹ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਚਾਹ ਵਿੱਚ ਥੈਨੀਨ ਨਾਂ ਦਾ ਇੱਕ ਅਜਿਹਾ ਤੱਤ ਹੁੰਦਾ ਹੈ ਜੋ ਖੂਨ ਨੂੰ ਸ਼ੁੱਧ ਹੋਣ ਹੀ ਨਹੀਂ ਦਿੰਦਾ, ਖੂਨ ਨੂੰ ਗੰਦਾ ਰੱਖਦਾ ਹੈ ਤੇ ਖੂਨ ਦੇ ਗੰਦ ਨੂੰ ਬਾਹਰ ਨਹੀਂ ਨਿਕਲਣ ਦਿੰਦਾ। ਸਿੱਟੇ ਵਜੋਂ ਖੂਨ ਗੰਦਾ ਹੁੰਦਾ ਜਾਂਦਾ ਹੈ। ਜ਼ਿਆਦਾ ਚਾਹ ਪੀਣ ਵਾਲਿਆਂ ਦੀਆਂ ਅੱਖਾਂ ਉੱਤੇ ਹਮੇਸ਼ਾ ਧੁੰਦਲੀਆਂ ਅਤੇ ਉਦਾਸ ਦਿਖਾਈ ਦੇਣਗੀਆਂ। ਵਿਦਿਆਰਥੀਓ, ਇਸ ਆਦਤਾਂ ਪਾਠ ਦੇ ਇਸ ਪੇਜ ਨੰਬਰ 46 ਤੇ ਕੁਝ ਸ਼ਬਦ ਅਰਥ ਦਿੱਤੇ ਗਏ ਹਨ, ਜਿਹਦੇ ਵਿੱਚ ਅਜੋਕੀ ਦਾ ਅਰਥ ਹੈ ਮੌਜੂਦਾ ਮਤਲਬ ਪ੍ਰੈਜ਼ੈਂਟ, ਸੱਭਿਅਤਾ ਦਾ ਅਰਥ ਹੈ ਸੱਭਿਆਚਾਰ, ਸੰਸਕ੍ਰਿਤੀ,
ਰਹਿਣ ਸਹਿਣ, ਤਹਿਜ਼ੀਬ, ਭਾਵ ਕਲਚਰ। ਸਰਾਸਰ ਦਾ ਮਤਲਬ ਹੈ ਬਿਲਕੁਲ, ਮੁਕੰਮਲ, ਪੂਰੀ ਤਰ੍ਹਾਂ। ਧੁੰਦਲੀਆਂ ਦਾ ਅਰਥ ਹੈ ਅਸਪਸ਼ਟ।